ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਆਪਣੇ ਦਰਸ਼ਕਾਂ ਦੀ ਸਾਂਝ ਪਵਾ ਰਹੇ ਹਾਂ ਕਿ 6 ਨਵੰਬਰ ਨੂੰ ਜਿਹੜੀ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ, ਜਿਸ ਵਿੱਚ ਕਿ ਬੁੱਧੀਜੀਵੀ ਅਤੇ ਪੱਤਰਕਾਰ ਬੁਲਾਏ ਗਏ ਸਨ, ਔਰ ਜਿਹਦੇ ਵਿੱਚੋਂ ਕਿ 20 ਚੋਂ ਸਿਰਫ 7 ਵਿਦਵਾਨ ਹੀ ਆਏ। ਪੱਤਰਕਾਰ ਤਾਂ ਭੱਜ ਗਏ, ਭਗੌੜੇ ਹੋ ਗਏ, ਡਰ ਗਏ, ਇਹ ਕਿਹਾ ਜਾਂਦਾ। ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੀਆਂ ਅੰਦਰ ਦੀਆਂ ਛੋਟੀਆਂ ਗੱਲਾਂ ਵੱਡੀਆਂ ਬਣ ਕੇ ਬਾਹਰ ਆ ਰਹੀਆਂ ਹਨ, ਉਹਨਾਂ ਨਾਲ ਮੈਂ ਸਾਂਝ ਪਾਉਣੇ ਚਾਹੁੰਦਾ ਆਪਣੇ ਦਰਸ਼ਕਾਂ ਦੀ ਕਿ 6 ਨਵੰਬਰ ਦੀ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੇ ਕੀ ਕਿਹਾ, ਕੀ ਰੋਲ ਪਲੇ ਕੀਤਾ, ਤਾਂ ਉਹਨਾਂ ਉੱਪਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਕੀ ਕਿੰਤੂ ਪਰੰਤੂ ਕੀਤਾ ਤੇ ਕੀ ਸਵਾਲ ਉਹਨਾਂ ਤੋਂ ਪੁੱਛੇ। ਇਹ ਬੜੀਆਂ ਮਹੱਤਵਪੂਰਨ ਅੰਦਰ ਜੋ ਡਿਵੈਲਪਮੈਂਟਸ ਹੋਈਆਂ। ਅਗਰ ਅਸੀਂ ਉਹਦੇ ਵਿੱਚ ਧਾਮੀ ਜੀ ਦਾ ਕਿਰਦਾਰ ਦੇਖੀਏ ਤਾਂ ਉਹਨਾਂ ਦਾ ਕਿਰਦਾਰ ਬੜਾ ਖਤਰਨਾਕ ਰੋਲ ਪਲੇ ਕਰ ਰਿਹਾ। ਉਹ ਮੀਰੀ ਤੇ ਪੀਰੀ ਦੇ ਜੋ ਸੁਮੇਲ ਦੇ ਸੰਕਲਪ ਹਨ, ਦੋਨੋਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਹਾਂ। ਔਰ ਦੁਨੀਆ ਵਿੱਚ ਕਿੱਥੇ ਵੀ ਵਸਦੇ ਸਿੱਖਾਂ ਲਈ ਅਕਾਲ ਤਖਤ ਸਾਹਿਬ ਪ੍ਰੇਰਨਾ ਸਰੋਤ ਹੈ, ਸਿੱਖੀ ਦੀ ਆਨ ਹੈ, ਸਿੱਖੀ ਦੀ ਸ਼ਾਨ ਹੈ। ਸਿੱਖਾਂ ਦਾ ਜਿੰਨਾ ਵਿਸ਼ਵਾਸ ਅਕਾਲ ਤਖਤ ਸਾਹਿਬ ਵਿੱਚ ਹੈ, ਉਨਾ ਕਿਸੇ ਹੋਰ ਸੰਸਥਾ ਵਿੱਚ ਨਹੀਂ। ਉਸ ਤੋਂ ਉੱਪਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੁਣ ਇੱਥੇ ਜੋ ਅੰਦਰ ਮੀਟਿੰਗ ਸ਼ੁਰੂ ਹੋਈ ਤਾਂ ਹਰਜਿੰਦਰ ਸਿੰਘ ਧਾਮੀ ਸਭ ਤੋਂ ਪਹਿਲੇ ਬੁਲਾਰੇ ਸਨ। ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਇਸ ਤੋਂ ਪਹਿਲੇ ਕਿ ਮੈਂ ਦੱਸਾਂ ਉਹ ਕੀ ਬੋਲੇ ਤੇ ਉਹਦੇ 'ਤੇ ਕੀ ਚਰਚਾ ਹੋਈ, ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਲਾਈਕ ਕਰੋ, ਇਹਦੀ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਵੀਡੀਓ ਜੋ ਅਸੀਂ ਅਪਲੋਡ ਕਰੀਏ ਉਹ ਸਿੱਧੀ ਤੁਹਾਨੂੰ ਉਸੇ ਸਮੇਂ ਮਿਲੇ, ਤੁਹਾਡੇ ਕੋਲ ਪੁੱਜਦੀ ਹੋਏ, ਉਹਦਾ ਸੁਨੇਹਾ ਤੁਹਾਡੇ ਕੋਲ ਪਹੁੰਚ ਜਾਏ, ਕਮਿਊਨੀਕੇਸ਼ਨ ਪਹੁੰਚ ਜਾਏ। ਅਤੇ ਅਗਲੀ ਗੁਜ਼ਾਰਿਸ਼ ਮੇਰੀ ਇਹ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਮਿੱਤਰਾਂ ਨਾਲ, ਸਾਕ ਸੰਬੰਧੀਆਂ ਨਾਲ ਅਤੇ ਹੋਰ ਆਪਣੇ ਗਰੁੱਪਾਂ ਵਿੱਚ ਜਿੱਥੇ ਤੱਕ ਸ਼ੇਅਰ ਕਰ ਸਕਦੇ ਹੋ, ਸ਼ੇਅਰ ਕਰਕੇ ਇਸ ਚੈਨਲ ਦੀ ਵੱਧ ਤੋਂ ਵੱਧ ਮਦਦ ਕਰੋ। ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਸਾਡੀ ਇਹ ਮਦਦ ਕਰੋ। ਹੁਣ ਗੱਲ ਇਹ ਹੈ ਕਿ ਜਿਹੜੀ ਮੈਂ ਤੁਹਾਨੂੰ ਬਹੁਤ ਵੱਡੀ ਖਬਰ ਦੇਣ ਲੱਗਾ ਕਿ ਹਰਜਿੰਦਰ ਸਿੰਘ ਧਾਮੀ ਜੀ ਨੂੰ ਤਾਂ ਬੁਲਾਇਆ ਹੀ ਨਹੀਂ ਗਿਆ ਸੀ। ਹਰਜਿੰਦਰ ਸਿੰਘ ਧਾਮੀ ਇਸ ਮੀਟਿੰਗ ਵਿੱਚ ਘੁਸਪੈਠੀਏ ਸੀਗੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਰੁਤਬੇ ਦਾ ਸਤਿਕਾਰ ਕਰਦੇ ਹੋਏ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਇੱਥੋਂ ਜਾਓ, ਤੁਹਾਨੂੰ ਤਾਂ ਅਸੀਂ ਬੁਲਾਇਆ ਨਹੀਂ, ਪਰ ਉਹਨਾਂ ਨੂੰ ਮੀਟਿੰਗ ਵਿੱਚ ਬੈਠਣ ਵੀ ਦਿੱਤਾ ਤੇ ਬੋਲਣ ਵੀ ਦਿੱਤਾ। ਜਦੋਂ ਹਰਜਿੰਦਰ ਸਿੰਘ ਧਾਮੀ ਬੈਠ ਗਏ ਤਾਂ ਉਸ ਤੋਂ ਬਾਅਦ ਜਿਸ ਵੇਲੇ ਮੀਟਿੰਗ ਸ਼ੁਰੂ ਹੋਈ, ਮੀਟਿੰਗ ਸ਼ੁਰੂ ਹੋਣ ਤੋਂ ਪਹਿਲੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਨੇ ਜੋ ਵਿਰੋਧੀ ਧੜੇ ਵੱਲੋਂ ਯਾਨੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰਾਂ ਨੇ ਚਾਰਜ ਸ਼ੀਟ ਪੇਸ਼ ਕੀਤੀ ਸੀ ਸੁਖਬੀਰ ਬਾਦਲ ਦੇ ਵਿਰੁੱਧ, ਉਹ ਸਾਰੀ ਪੜ੍ਹ ਕੇ ਸੁਣਾ ਦਿੱਤੀ ਸਾਰੇ ਮੈਂਬਰਾਂ ਨੂੰ। ਉਹ ਸੁਣਾਉਣੀ ਇਸ ਲਈ ਵੀ ਜ਼ਰੂਰੀ ਸੀ ਕਿ ਜਿਹੜੇ ਵੀ ਮੈਂਬਰ ਉੱਥੇ ਹਾਜ਼ਰ ਹੋਏ ਉਹਨਾਂ ਨੂੰ ਪਤਾ ਹੋਏ ਕਿ ਬਈ ਇਸ ਮੀਟਿੰਗ ਦਾ ਉਦੇਸ਼ ਕੀ ਹੈ। ਚਾਹੇ ਕਹਿਣ ਨੂੰ ਤੇ ਚਲੰਤ ਮਾਮਲਿਆਂ ਤੇ ਗੁਰਮਤ ਦੀ ਰੋਸ਼ਨੀ ਵਿੱਚ ਵਿਚਾਰਾਂ ਕਰਨੀਆਂ ਸੀ, ਪਰ ਇਹਦਾ ਮੁੱਖ ਮੁੱਦਾ
ਸੁਖਬੀਰ ਬਾਦਲ ਨੂੰ ਦਿੱਤੇ ਜਾਣ ਵਾਲੀ ਸਜ਼ਾ ਤੇ ਕੀਤੀ ਗਈ ਪਰਖ ਪੜਚੋਲ ਸੀ। ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਕਿ ਉਸ ਨੂੰ ਸਿਆਸੀ ਤਨਖਾਹ ਦਿਲਵਾਈ ਜਾਏ, ਸਜ਼ਾ ਦਿੱਤੀ ਜਾਏ ਜਾਂ ਧਾਰਮਿਕ ਤਨਖਾਹ ਲਾਈ ਜਾਏ, ਕਿਉਂਕਿ ਇਹ ਤਾਂ ਇੱਕ ਗੱਲ ਸਭ ਨੇ ਕਬੂਲ ਕੀਤੀ ਕਿ ਬੜੇ ਸੰਗੀਨ ਦੋਸ਼ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ ਔਰ ਬੜੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ। ਇਹਦੇ ਵਿੱਚ ਹਾਲਾਂਕਿ ਉਹਨਾਂ ਦੀ ਜਿਹੜੇ ਹੋਰ ਮੰਤਰੀ ਸੀ ਉਹਨਾਂ ਦੀ ਲੁੱਟ ਖਸੁੱਟ, ਪੰਜਾਬ ਦੇ ਲੋਕਾਂ ਨੂੰ ਲੁੱਟਣਾ ਔਰ ਉਹਨਾਂ ਦਾ ਤੰਗ ਕਰਕੇ ਉਹਨਾਂ 'ਤੇ ਝੂਠੇ ਕੇਸ ਕਰਨੇ ਆਦਿ ਮਾਮਲਾ ਨਹੀਂ ਦਰਜ ਹੈਗਾ। ਉੱਥੇ ਸਭ ਤੋਂ ਪਹਿਲੇ ਬੋਲਣਾ ਸ਼ੁਰੂ ਕੀਤਾ ਹਰਜਿੰਦਰ ਸਿੰਘ ਧਾਮੀ ਜੀ ਨੂੰ। ਉਹਨਾਂ ਨੇ ਸਭ ਤੋਂ ਪਹਿਲੇ ਵਕਤ ਦਿੱਤਾ। ਹਰਜਿੰਦਰ ਸਿੰਘ ਧਾਮੀ ਜੀ ਨਾਰਮਲ ਮੂਡ ਵਿੱਚ ਬੋਲ ਹੀ ਨਹੀਂ ਸੀ ਰਹੇ। ਉਹ ਬੜੇ ਗੁੱਸੇ 'ਚ ਰੋਜ਼ ਅਕਾਲ ਤਖਤ ਉੱਪਰ ਕਿੰਤੂ ਪਰੰਤੂ ਕਰ ਰਹੇ ਸਨ ਕਿ ਸੁਖਬੀਰ ਬਾਦਲ ਨੂੰ ਜਿਹੜੀ ਇਹ ਧਾਰਮਿਕ ਸਜ਼ਾ ਦਿੱਤੀ ਜਾਣੀ ਹੈ, ਅਕਾਲ ਤਖਤ ਸਿਆਸੀ ਤਨਖਾਹ, ਸਿਆਸੀ ਸੰਚਾਰ ਨਹੀਂ ਲਗਾ ਸਕਦਾ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਕਿ ਕਿਸੇ ਵੀ ਨੇਤਾ ਨੂੰ, ਕਿਸੇ ਵੀ ਸਿੱਖ ਨੂੰ ਸਿਆਸੀ ਜੋ ਹੈ ਸਜ਼ਾ ਲਗਾਈ ਜਾਏ, ਕਿਉਂਕਿ ਸਜ਼ਾ ਤਾਂ ਸਿਆਸੀ ਲਗਾ ਚੁੱਕਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਰਸਾ ਸਿੰਘ ਵਲਟੋਆ ਨੂੰ ਪਾਰਟੀ ਨੂੰ ਆਦੇਸ਼ ਕੀਤਾ ਗਿਆ, ਬਾਦਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ, ਕਿ ਇਹਨੂੰ ਪਾਰਟੀ ਵਿੱਚੋਂ 10 ਸਾਲ ਲਈ ਬਰਖਾਸਤ ਕਰਤਾ ਜਾਏ ਮੁੱਢਲੀ ਮੰਗਰ ਤੋਂ। ਚਲੋ ਉਹਨਾਂ ਨੇ ਨਹੀਂ ਕੀਤਾ, ਉਸ ਤੋਂ ਰਿਜ਼ਾਈਨ ਲੈ ਰਿਹਾ। ਗੱਲਾਂ ਦੋਨਾਂ 'ਚ ਤੇ ਬਹੁਤ ਅੰਤਰ ਹੈ, ਪਰ ਇਸ ਮੁੱਦੇ ਨਾਲ ਉਹਦਾ ਸੰਬੰਧ ਨਹੀਂ, ਇਹ ਸਿਆਸੀ ਸਜ਼ਾ। ਹੁਣ ਬਾਦਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਪੱਖੀ ਮੈਂਬਰਾਂ ਅਤੇ ਉਸ ਦੇ ਹੋਰ ਸੀਨੀਅਰ ਲੀਡਰਾਂ 'ਚ ਇੱਕ ਗੱਲ ਦਾ ਬੜਾ ਭੈ ਹੈ ਕਿ ਜੇ ਸੁਖਬੀਰ ਬਾਦਲ ਨੂੰ ਤਨਖਾਹੀਏ ਨੂੰ ਸਿਆਸੀ ਸਜ਼ਾ ਹੋ ਗਈ ਤਾਂ ਫਿਰ ਪਾਰਟੀ ਦਾ ਲੀਡਰ ਕੌਣ ਬਣੇਗਾ। ਸੋ ਉਸ ਲਈ ਜਿਹੜੀ ਧਾਰਮਿਕ ਸਜ਼ਾ ਲਈ ਜੋ ਪਟੀਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹੜੀ ਪਲੀ ਬਣਾਈ, ਸੋ ਅੰਦਰ ਇਹ ਪ੍ਰਭਾਵ ਗ੍ਰਹਿਣ ਕੀਤਾ ਗਿਆ। ਮੈਂਬਰ ਸਾਹਿਬਾਨ ਨੇ ਹੀ ਦੱਸਿਆ ਮੈਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੀ ਜ਼ਿੰਮੇਵਾਰੀ ਅਕਾਲ ਤਖਤ ਸਾਹਿਬ ਨਾਲ ਖੜੇ ਹੋਣ ਦੀ ਹੈ, ਉਹ ਅਕਾਲ ਤਖਤ ਸਾਹਿਬ ਨਾਲ ਨਹੀਂ ਖੜੀ, ਸਗੋਂ ਉਹ ਇੱਕ ਵਿਅਕਤੀ ਵਿਸ਼ੇਸ਼ ਸੁਖਬੀਰ ਬਾਦਲ ਤਨਖਾਹੀਏ ਨਾਲ ਖੜੀ ਹੈ। ਔਰ ਜਦੋਂ ਇਹ ਮੁੱਦਾ ਸਾਹਮਣੇ ਆਇਆ ਤਾਂ ਮੈਂਬਰਾਂ ਨੇ ਕਿਹਾ ਕਿ ਇਹਨਾਂ ਨੂੰ ਪੁੱਛ ਲਓ ਕਿ ਜੇਕਰ ਕੋਈ ਅਕਾਲ ਤਖਤ ਸਾਹਿਬ ਤੋਂ ਇੱਥੋਂ ਸਜ਼ਾ ਦਿੱਤੀ ਜਾਏਗੀ ਤਾਂ ਇਸ ਨੂੰ SGPC ਤੇ ਸੁਖਬੀਰ ਬਾਦਲ ਕਬੂਲ ਵੀ ਕਰਨਗੇ ਕਿ ਨਹੀਂ ਕਰਨਗੇ। ਕੀ ਇਹਨਾਂ ਦੀ ਆਸਥਾ ਅਕਾਲ ਤਖਤ ਸਾਹਿਬ ਵਿੱਚ ਹੈ? ਇਹਨਾਂ ਨੂੰ ਪੁੱਛੋ। ਜਥੇਦਾਰ ਸਾਹਿਬ ਨੂੰ ਗੁਜ਼ਾਰਿਸ਼ ਕੀਤੀ, ਅਰਜ਼ੋਈ ਕੀਤੀ ਮੈਂਬਰਾਂ ਨੇ ਅੰਦਰ, ਜਿਹੜੇ ਵਿਦਵਾਨ ਬੈਠੇ ਸੀ, ਕਿ ਇਹਨਾਂ ਦੀਆਂ ਗੱਲਾਂ ਤੋਂ ਤੇ ਇਹ ਲੱਗਦਾ ਕਿ ਇਸ ਸਜ਼ਾ ਨੂੰ ਇਹ ਨਹੀਂ ਮੰਨਣਗੇ, ਨਹੀਂ ਕਬੂਲ ਕਰਨਗੇ। ਇਹ ਇਹਨਾਂ ਨੂੰ ਪੁੱਛੋ। ਇਸ ਤੇ ਹਰਜਿੰਦਰ ਸਿੰਘ ਧਾਮੀ ਨੇ ਕੋਈ ਜਵਾਬ ਨਾ ਦਿੱਤਾ, ਉਹ ਚੁੱਪ ਰਹੇ। ਸੋ ਮਾਮਲਾ ਇੰਨਾ ਗੰਭੀਰ ਹੋ ਚੁੱਕਾ ਹੈ ਕਿ ਅਕਾਲ ਤਖਤ ਨੂੰ ਆਈਸੋਲੇਟ ਕੀਤਾ ਬਾਦਲ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਲ ਕੇ, ਵਿੱਚ ਇੱਕ ਦਰਾੜ ਪਾਤੀ ਹੈ ਵੀ ਜਿਵੇਂ ਇਹਨਾਂ ਦੋਨਾਂ ਦਾ ਕੋਈ ਆਪਸੀ ਸਬੰਧ ਨਹੀਂ। ਯਾਨੀ ਕਿ ਬਾਦਲ ਅਕਾਲੀ ਦਲ ਜਿਹੜਾ ਕਿ SGPC ਨੂੰ ਕੰਟਰੋਲ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਪ੍ਰਧਾਨ ਧਾਮੀ ਹੈ,
ਇਹ ਇੱਕ ਧੜਾ ਬਣ ਗਿਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਸਿੰਘ ਸਭਾਵਾਂ ਨੂੰ ਇੱਕ ਉਹਨਾਂ ਨੇ ਆਪਣਾ ਵਿਰੋਧੀ ਧੜਾ ਬਣਾ ਲਿਆ। ਬੜੀ ਅਜੀਬ ਅਵਸਥਾ ਪੈਦਾ ਹੋਈ ਹੈ। ਇਹ ਜੋ ਵਿੱਚ ਦਰਾੜ ਪਾਈ ਹੈ ਧਾਮੀ ਜੀ ਨੇ, ਇੱਕ ਤੇ ਉਹਨਾਂ ਨੇ ਦਰਾੜ ਪਾਤੀ ਬਾਦਲ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਦੋਵੇਂ ਰਲ ਕੇ ਜਥੇਦਾਰਾਂ ਦੇ ਵਿਰੁੱਧ ਇੱਕ ਦਰਾੜ ਪਾਤੀ। ਦੂਸਰੀ ਦਰਾੜ ਇਹਨਾਂ ਨੇ ਪਾਈ ਹੈ ਕਿ ਮੀਰੀ ਤੇ ਪੀਰੀ ਦਾ ਜਿਹੜਾ ਸੰਪਲਕ ਹੈ, ਜਿਹੜਾ ਸੰਕਲਪ ਹੈ, ਉਸ ਵਿੱਚੋਂ ਜਿਹੜਾ ਮੀਰੀ ਦਾ ਸੰਕਲਪ ਹੈ, ਜਿਹਦੇ ਵਿੱਚ ਕਿ ਇਹਨਾਂ ਕੋਲ ਰਾਜਨੀਤਿਕ ਤਾਕਤ ਵੀ ਹੈ, ਤਖਤ ਹੈ ਨਾ, ਅਕਾਲ ਤਖਤ ਸਾਹਿਬ ਤਖਤ ਹੈ, ਗੁਰਦੁਆਰਾ ਨਹੀਂ ਹੈ, ਤਾਂ ਉਸ ਵਿੱਚ ਵੀ ਦਰਾੜ ਪਾਉਣ ਦੀ ਕੀਤੀ ਹੈ। ਜਿਹੜੀ ਦੋ ਵਿਚਾਰਧਾਰਾ ਹੈ ਮੀਰੀ ਤੇ ਪੀਰੀ, ਪੀਰੀ ਦਾ ਜਿਹੜਾ ਗੁਰਦੁਆਰਾ ਸੱਚਖੰਡ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਹੈ, ਦਰਸ਼ਨੀ ਡਿਓੜੀ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਬਣਾਇਆ ਗਿਆ। ਅਕਾਲ ਤਖਤ ਸਾਹਿਬ ਗੁਰਦੁਆਰਾ ਨਹੀਂ ਹੈ, ਤਖਤ ਹੈ, ਬਾਦਸ਼ਾਹੀ ਹੈ, ਸਿੱਖਾਂ ਦੀ ਬਾਦਸ਼ਾਹੀ ਹੈ। ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਜਿਹੜੇ ਲਗਾਏ ਗਏ ਹਨ, ਉਹਦਾ ਮਤਲਬ ਵੀ ਇਹ ਹੈ ਕਿ ਇਹ ਤਖਤ ਹੈ, ਇਸ ਤੇ ਸਪਿਰਚੁਅਲ ਵੀ ਤੇ ਸਿਆਸੀ ਵੀ, ਰਾਜ ਸੱਤਾ ਦੀ ਗੱਲ ਵੀ ਹੋਏਗੀ। ਤਖਤ ਹੈ, ਗੁਰੂ ਸਾਹਿਬ ਨੇ ਘੋੜੇ ਵੀ ਕਬੂਲ ਕੀਤੇ, ਸ਼ਸਤਰ ਵੀ ਕਬੂਲ ਕੀਤੇ, ਔਰ ਉਹਨਾਂ ਨੇ ਆ ਕੇ ਸਿੰਘਾਂ ਨੇ ਉਹਨਾਂ ਦੀ ਫੌਜ ਭਰਤੀ ਹੋਣ ਲਈ ਲੋਕਾਂ ਨੇ ਆਪਣੇ ਨੌਜਵਾਨ ਬੱਚੇ ਵੀ ਭੇਜੇ। ਸੋ ਇਹ ਤਖਤ ਹੈ। ਇਸੇ ਤਖਤ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਗੁਰੂ ਬਣਾਉਣ ਦਾ ਸਮਾਗਮ ਸੀ ਇੱਥੇ ਹੋਇਆ, ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਤਿਲਕ ਲਗਾਇਆ। ਸੋ ਇਸ ਦੀ ਜੋ ਮਹੱਤਤਾ ਹੈ ਉਸ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਪੂਰਾ ਯਤਨਸ਼ੀਲ ਹੈ ਧਾਮੀ। ਹਰਜਿੰਦਰ ਸਿੰਘ ਧਾਮੀ ਨੂੰ ਇਸ ਗੱਲ ਵਿੱਚ ਕੋਈ ਸ਼ਰਮ ਨਹੀਂ ਆ ਰਹੀ, ਹਾਲਾਂਕਿ ਅੰਦਰ ਬੰਦਿਆਂ ਨੇ ਓਬਜੈਕਸ਼ਨ ਵੀ ਕੀਤੇ ਉਹਨਾਂ ਦੇ। ਸੋ ਇਹ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤਾਂ ਦੀ ਢਾਲ ਬਣਨਾ ਚਾਹੀਦਾ ਸੀ, ਉਹਨਾਂ ਨਾਲ ਖੜਨਾ ਚਾਹੀਦਾ ਸੀ, ਉਹ ਉਸ ਦੇ ਵਿਰੁੱਧ ਵਿੱਚ ਇੱਕ ਵਿਅਕਤੀ ਨਾਲ ਖੜੇ ਆ। ਸੋ ਇਹ ਬਹੁਤ ਵੱਡੀ ਅੰਦਰ ਜੋ ਜਿਹੜੇ ਵਿਦਵਾਨ ਬੈਠੇ ਸੀ, ਇਹ ਉਹਨਾਂ ਨੇ ਮੈਨੂੰ ਦੱਸਿਆ, ਉਹਨਾਂ ਨੇ ਨੋਟਿਸ ਕੀਤੀਆਂ ਗੱਲਾਂ। ਤੋ ਇਹ ਗੱਲਾਂ ਕਨਸੂਆਂ ਐਸਤਾ ਨਿਕਲ ਰਹੀਆਂ। ਹਾਲਾਂਕਿ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਸੀ, ਉਹ ਫਿਰ ਵੀ ਆ ਗਏ ਜ਼ਬਰਦਸਤੀ ਦਾ ਮਤਲਬ ਇਹੀ ਹੈ ਬਈ ਉਹਨਾਂ ਨੂੰ ਹੁਣ ਸਿੰਘ ਸਾਹਿਬਾਨ ਇਹ ਤੇ ਕਹਿ ਨਹੀਂ ਸੀ ਸਕਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਕਿ ਵੀ ਤੁਸੀਂ ਬਾਹਰ ਜਾਓ, ਪਰ ਬਹਿ ਕੇ ਆ ਕੇ ਤੇ ਫਿਰ ਉਹਨਾਂ ਨੇ ਉਹਨਾਂ ਦੇ ਵਿਚਾਰ ਵੀ ਸੁਣ ਲਏ। ਪਹਿਲੀ ਗੱਲ ਤਾਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਾਲੀ ਦਲ ਨੂੰ ਲੋਕ ਖਤਮ ਕਰਨਾ ਚਾਹੁੰਦੇ ਨੇ ਭਾਰਤ 'ਚੋਂ। ਕਈ ਪੋਲੀਟੀਕਲ ਪਾਰਟੀਆਂ, ਚਾਹੇ ਉਹਨਾਂ ਨੇ ਨਾਂ ਨਹੀਂ ਲਿਆ, ਪਰ ਉਹਨਾਂ ਦਾ ਕਹਿਣ ਦਾ ਭਾਵ ਬੀਜੇਪੀ ਵਾਲੀ ਸੀਗਾ, ਇਸ਼ਾਰਾ RSS ਵੱਲ ਇਸ਼ਾਰਾ ਸੀ। ਉਹ ਪਹਿਲੇ ਵੀ ਕਹਿ ਚੁੱਕੇ ਨੇ, ਬਾਹਰ ਵੀ ਕਹਿ ਚੁੱਕੇ ਨੇ, ਅੰਦਰ ਵੀ ਕਿਹਾ। ਫਿਰ ਉਹਨਾਂ ਨੇ ਕਿਹਾ ਵੀ ਵਿਦੇਸ਼ਾਂ ਵਿੱਚ ਬਹੁਤ ਸਾਰੀ ਅਜਿਹੀਆਂ ਸਿੱਖ ਸੰਸਥਾਵਾਂ ਜਿਹੜੀਆਂ ਕਿ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ, ਇਹਦਾ ਨਾਸ ਮਾਰਨਾ ਚਾਹੁੰਦੇ ਨੇ। ਇਸ ਲਈ ਇਸ ਦੇ ਬਚਾਅ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਚੱਕਰਾਂ ਵਿੱਚ ਨਾ ਆਇਆ ਜਾਏ ਅਤੇ ਸੁਖਬੀਰ ਬਾਦਲ ਨੂੰ ਸਿਰਫ ਤੇ ਸਿਰਫ ਧਾਰਮਿਕ ਸਜ਼ਾ ਲਾਈ ਜਾਏ, ਨਹੀਂ ਤਾਂ ਪਾਰਟੀ ਨਹੀਂ ਬਚੇਗੀ। ਪਾਰਟੀ ਜਿਹੜੀ ਹੈ ਉਹ ਚਕਨਾਚੂਰ ਹੋ ਜਾਏਗੀ, ਖਤਮ ਹੋ ਜਾਏਗੀ। ਇਹ ਜਿਹੜੀ ਇਹਨਾਂ ਨੇ ਦਲੀਲ ਦਿੱਤੀ, ਇੰਨੇ ਗੁੱਸੇ 'ਚ ਦਿੱਤੀ ਕਿ ਅੰਦਰ ਸਭ ਹੈਰਾਨ ਸੀ ਕਿ ਕੀ ਸ਼੍ਰੋਮਣੀ ਕਮੇਟੀ ਜਿਹੜੀ ਇਹਦਾ ਪ੍ਰਧਾਨ ਜਥੇਦਾਰ ਸਾਹਿਬਾਨ ਨਾਲ ਗੱਲ ਕਰ ਰਿਹਾ ਕਿ ਕਿਸੇ ਕਚਹਿਰੀ ਵਿੱਚ ਕੋਈ ਕੇਸ ਲੜ ਰਿਹਾ ਹੁੰਦਾ ਜਿਵੇਂ ਵਕੀਲ, ਉਹ ਕਰ ਰਿਹਾ। ਉਹਦੇ ਨਾਂ ਉਹ ਨਿਮਰ ਸੀ, ਪੂਰਾ ਘਮੰਡ ਸੀ ਉਹਦੇ 'ਚ, ਪੂਰਾ ਗੁੱਸਾ ਸੀ,
ਔਰ ਸਿੰਘ ਸਮਾਨਾ 'ਤੇ ਹੀ ਸੀ ਸਾਰਾ ਗੁੱਸਾ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਅੰਦਰ ਮੈਂਬਰ ਬੁਲਾਏ ਹੋਏ ਸੀਗੇ ਉਹਨਾਂ 'ਤੇ ਵੀ ਉਹਨਾਂ ਨੇ ਥੋੜ੍ਹਾ ਜਿਹਾ ਕਿੱਚੜ ਸੁੱਟਿਆ ਵੀ ਇਹ ਕੌਣ ਹੁੰਦੇ ਨੇ, ਇਹਨਾਂ ਨੂੰ ਕਿਉਂ ਬੁਲਾਇਆ ਗਿਆ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੀ ਲੋੜ ਸੀ ਬੁਲਾਉਣ ਦੀ, ਇਹ ਨਹੀਂ ਬੁਲਾਏ ਜਾਣੇ ਚਾਹੀਦੇ ਸੀ। ਅੰਦਰ 7 ਵਿਦਵਾਨ ਸਨ, ਬਾਕੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਜਿਹੜੇ ਪ੍ਰਵਾਨਿਤ ਵਿਦਵਾਨ ਸਨ ਉਹੀ ਸਨ। ਜੇਕਰ ਕੋਈ ਗੁਰਮਤਿ ਕਾਲਜ ਦੀ ਪ੍ਰਿੰਸੀਪਲ ਸੀ ਮਹਿਲਾ ਇਸਤਰੀ ਤਾਂ ਉਹ ਵੀ SGPC ਦਾ ਪ੍ਰਭਾਵ ਥੱਲੇ। ਤਾਂ ਜਿਹੜੇ ਹੋਰ ਵੀ ਵਿਦਵਾਨ ਜਿਵੇਂ ਟੌੜਾ ਇੰਸਟੀਚਿਊਟ ਹੈ ਉੱਥੋਂ ਬੁਲਾਏ ਸੀਗੇ ਵਿਦਵਾਨ, ਉਹ ਵੀ SGPC ਉਹਦੀ ਫੰਡਿੰਗ ਕਰਦੀ ਹੈ। ਸੋ ਮੈਜੋਰਿਟੀ ਜਿਹੜੀ ਸੀਗੀ ਉਹ ਸਾਰੀ SGPC ਨਾਲ ਹੀ ਸੰਬੰਧਿਤ ਸੀ। ਔਰ SGPC ਦਾ ਜਿਹੜਾ ਐਡਵਾਈਜ਼ਰੀ ਬੋਰਡ ਹੈ ਉਹਦੇ 4 ਮੈਂਬਰ ਵੀ ਬੁਲਾਏ ਗਏ ਸੀ। ਤੇ ਉਹ 4 ਮੈਂਬਰ ਤਾਂ ਪ੍ਰਕਾਸ਼ ਸਿੰਘ ਬਾਦਲ ਵੇਲੇ ਦੇ ਚਲੇ ਆ ਰਹੇ ਨਾਮੀਨੇਟਿਡ ਹਨ। ਉਹਨਾਂ ਉੱਪਰ ਕੀ ਪ੍ਰਭਾਵ ਹੋ ਸਕਦਾ ਹੈ ਹੋਰ ਵਿਰੋਧੀਆਂ ਦਾ। ਪਰ ਸੁਖਬੀਰ ਬਾਦਲ ਦੇ ਗੁਨਾਹ ਇੰਨੇ ਸੰਗੀਨ ਹਨ, ਖਾਸ ਕਰਕੇ ਉਹਨਾਂ ਦਾ ਜਿਹੜਾ ਗੁਰਮੀਤ ਰਾਮ ਰਹੀਮ ਦੀ ਮਾਫੀ ਲਈ ਜੋ ਉਹਨਾਂ ਨੇ ਅਕਾਲ ਤਖਤ ਨਾਲ ਦਬਾਅ ਬਣਾਇਆ, ਵਧੀਕੀ ਕੀਤੀ। ਸਿੰਘ ਸਬਾਨਾ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰੀ ਚੀਫ ਮਿਨਿਸਟਰ ਦੀ ਕੋਠੀ 'ਤੇ ਬੁਲਾਇਆ ਅਤੇ ਉਹਨਾਂ 'ਤੇ ਦਬਾਅ ਪਾ ਕੇ ਕਿਹਾ ਕਿ ਮਾਫੀ ਕਰ ਦਿਓ। ਇਹ ਸਾਰੀਆਂ ਗੱਲਾਂ ਕੋਈ ਸਧਾਰਨ ਨਹੀਂ ਹਨ, ਇਹਨਾਂ ਦੀ ਸਜ਼ਾ ਵੀ ਸਧਾਰਨ ਨਹੀਂ ਹੋ ਸਕਦੀ। ਇਹ ਵਿਚਾਰ ਉੱਥੇ ਬਣ ਰਿਹਾ ਸੀ। ਦੂਜਾ ਜੋ ਸਿੰਘ ਸਬਾਨ ਨੇ ਪੁੱਛਿਆ, ਇਹ ਵੀ ਤੁਹਾਡੇ ਲਈ ਵੱਡੀ ਖਬਰ ਹੈ ਕਿ ਸਿੰਘ ਸਬਾਨ ਨੇ ਪੁੱਛਿਆ, ਧਾਮੀ ਜੀ ਜਿਹੜੀ ਇਹ ਤੁਸੀਂ ਅਕਾਲ ਤਖਤ ਲਈ ਐਡਵਾਈਜ਼ਰੀ ਕੌਂਸਲ ਬਣਾਈ ਆ 15 ਮੈਂਬਰਾਂ ਦੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਣਾਈ ਆ ਕਿ ਅਕਾਲ ਤਖਤ ਲਈ ਬਣਾਈ ਆ? ਤੋ ਧਾਮੀ ਸਾਹਿਬ ਨੇ ਕਿਹਾ ਜੀ ਅਕਾਲ ਤਖਤ ਲਈ ਬਣਾਈ ਆ। ਤੇ ਉਹਨਾਂ ਨੇ ਕਿਹਾ ਕੀ ਤੁਸੀਂ ਮੇਰੇ ਤੋਂ ਪੁੱਛ ਕੇ ਬਣਾਈ ਆ? ਉਹਨਾਂ ਨੇ ਓਬਜੈਕਸ਼ਨ ਲਾ ਦਿੱਤਾ ਕਿ ਮੇਰੇ ਤੋਂ ਪੁੱਛੇ ਬਿਨਾਂ ਤੁਸੀਂ ਅਕਾਲ ਤਖਤ ਦਾ ਐਡਵਾਈਜ਼ਰੀ ਬੋਰਡ ਕਿਵੇਂ ਬਣਾ ਸਕਦੇ? ਧਾਮੀ ਸਾਹਿਬ ਚੁੱਪ ਕਰ ਗਏ। ਸੋ ਉਹਨਾਂ ਦਾ ਚਿਹਰਾ ਜਿਹੜਾ ਸੀ ਉਹ ਗੁੱਸੇ ਦਾ ਭਰਿਆ ਹੋਇਆ ਸੀ। ਐਂ ਲੱਗਦਾ ਜਿਵੇਂ ਉਹਨਾਂ ਨੂੰ ਪਸੀਨਾ ਆ ਰਿਹਾ ਸੀ, ਤਰੇਲੀਆਂ ਫੁੱਟ ਰਹੀਆਂ ਸੀ। ਪਰ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਸਪਸ਼ਟ ਕਰਤਾ ਕਿ ਇਹ ਜਿਹੜਾ ਤੁਸੀਂ ਐਡਵਾਈਜ਼ਰੀ ਬੋਰਡ ਬਣਾ ਰਹੇ ਹੋ ਇਹ ਮੇਰੇ ਪੁੱਛੇ ਬਿਨਾਂ ਤੁਹਾਨੂੰ ਨਹੀਂ ਬਣਾਉਣਾ ਚਾਹੀਦਾ ਸੀ ਅਤੇ ਨਾ ਹੀ ਤੁਸੀਂ ਬਣਾ ਸਕਦੇ ਹੋ। ਹੁਣ ਉਸ ਬੋਰਡ ਦੀ ਸਥਿਤੀ ਕੀ ਹੋਏਗੀ ਜਿਹੜਾ ਕਿ ਐਗਜ਼ੈਕਟਿਵ ਕਮੇਟੀ ਨੇ ਪਾਸ ਕੀਤਾ ਹੈ ਰੈਜ਼ੋਲੂਸ਼ਨ, ਇਹ ਤਾਂ ਹੁਣ ਧਾਮੀ ਸਾਹਿਬ ਦੱਸਣਗੇ ਜਾਂ ਸਮਾਂ ਦੱਸੇਗਾ, ਜਾਂ ਉਹ ਕੀ ਰੂਪ ਲੈਂਦਾ ਉਹਨਾਂ ਦਾ ਇਹ ਜੋ ਰੈਜ਼ੋਲੂਸ਼ਨ ਪਾਸ ਕੀਤਾ ਹੈ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ। ਸੋ ਇਹ 2 ਬੜੀਆਂ ਮਹੱਤਵਪੂਰਨ ਡਿਵੈਲਪਮੈਂਟਸ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹ ਹਲੇ ਤੱਕ ਖਬਰਾਂ ਦਾ ਹਿੱਸਾ ਨਹੀਂ ਸੀ ਬਣੀਆਂ। ਅੱਗੇ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂਬਰਾਂ ਨੇ ਇੱਕ ਲੰਬੀ ਇਬਾਰਤ ਰਾਹੀਂ, ਯਾਨੀ ਕਿ ਮੈਂਬਰ ਪੂਰੀ ਤਿਆਰੀ ਨਾਲ ਆਏ ਸੀਗੇ, ਲਿਖ ਕੇ ਲਿਆਏ ਹੋਏ ਸੀਗੇ ਔਰ 3-3 4-4 ਸਫ਼ੇ ਦੀ ਉਹਨਾਂ ਦੀ ਪੂਰੀ ਤਿਆਰੀ ਸੀ ਸਕਾਲਰਾਂ ਵਾਲੀ। ਉਹ ਕੋਈ ਗੱਲ ਬਿਨਾਂ ਮਤਲਬ ਤੇ ਬੇਤੁਕੀ ਨਹੀਂ ਕਰ ਰਹੇ ਸੀ। ਸਾਰਿਆਂ ਦਾ ਵਿਚਾਰ ਇਹ ਸੀ ਕਿ ਜਿਹੜੇ ਇਹ ਗੁਨਾਹ ਹਨ ਸੁਖਬੀਰ ਬਾਦਲ ਦੇ, ਇਹ ਹਨ ਸਿਆਸੀ ਤੇ ਉਸ ਨੂੰ ਸਿਆਸੀ ਸਜ਼ਾ ਹੋਣੀ ਚਾਹੀਦੀ ਹੈ। ਸੋ 1978 ਵਿੱਚ ਜੋ ਨਿਰੰਕਾਰੀ ਕਾਂਡ ਹੋਇਆ ਅਤੇ ਨਿਰੰਕਾਰੀਆਂ ਦਾ ਕੋਈ ਵੀ ਵਰਕਰ ਲੀਡਰ ਉੱਥੇ ਮਾਰਿਆ ਨਹੀਂ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ। ਉਹਨਾਂ ਨੇ ਦੋਸ਼ ਲਾਇਆ ਕਿ ਪਹਿਲੇ ਇਹਨਾਂ ਨੂੰ ਇਹ ਪਰਮਿਸ਼ਨ ਦੇਣੀ ਨਹੀਂ ਸੀ ਚਾਹੀਦੀ ਅੰਮ੍ਰਿਤਸਰ 'ਚ ਕਰਨ ਦੀ। ਫਿਰ ਉਹਨਾਂ ਨੇ ਪਰਮਿਸ਼ਨ ਦੇ ਦਿੱਤੀ, ਫਿਰ ਇਹ ਕਾਂਡ ਹੋ ਗਿਆ
ਇਸ 12 ਸ਼ਹੀਦੀਆਂ ਤੋਂ ਬਾਅਦ ਜੋ ਗਿਆਨੀ ਗੁਰਬਚਨ ਸਿੰਘ ਸੀਗਾ ਨਿਰੰਕਾਰੀ ਮੁਖੀ, ਉਸ ਨੂੰ ਸਰਕਾਰੀ ਕਾਰ ਵਿੱਚ ਉੱਥੋਂ ਭਜਾ ਕੇ ਤੇ ਹਵਾਈ ਜਹਾਜ਼ 'ਚ ਬਿਠਾ ਕੇ ਦਿੱਲੀ ਪਹੁੰਚਾਇਆ ਗਿਆ। ਇਹ ਸਾਰਾ ਕੰਮ ਜੋ ਕੀਤਾ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਹਿਣ ਤੇ ਕੀਤਾ ਗਿਆ, ਉਹਦੀ ਸਰਕਾਰ ਨੇ ਕੀਤਾ। ਇੱਥੋਂ ਗੱਲ ਸ਼ੁਰੂ ਕਰ ਲਈ ਲੋਕਾਂ ਨੇ। ਜਿਹੜੇ ਮੈਂਬਰ ਵਿਦਵਾਨ ਆਏ ਸੀ ਉਹਨਾਂ ਨੇ ਇਸ ਦਾ ਵੀ ਹਿਸਾਬ ਮੰਗ ਲਿਆ। ਚਲਦੇ ਚਲਦੇ ਫਿਰ ਬਰਗਾੜੀ ਦੀਆਂ ਗੱਲਾਂ ਹੋਈਆਂ, ਉੱਥੇ 2 ਸ਼ਹੀਦੀਆਂ ਹੋ ਗਈਆਂ। ਉੱਥੇ ਉਹਨਾਂ ਨੇ ਪੁੱਛਿਆ ਕਿ ਅਣਪਛਾਤੀ ਪੁਲਿਸ ਕੀ ਹੁੰਦੀ ਹੈ, ਇਹ ਕਿਹੜੀ ਕੈਟੇਗਰੀ ਹੈ ਨਵੀਂ, ਕਿ ਸਰਕਾਰ ਨੂੰ ਪਤਾ ਹੀ ਨਹੀਂ ਕਿ ਅਣਪਛਾਤੀ ਪੁਲਿਸ ਕਿੱਥੋਂ ਆਈ। ਉਹਦੇ ਵਿੱਚ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਦਾ ਵੀ ਚਰਚਾ ਹੋਈ ਕਿ ਨੌਜਵਾਨ ਬੱਚਿਆਂ ਦੇ ਫੇਕ ਐਨਕਾਊਂਟਰਾਂ 'ਚ ਉਹ ਇਨਵੋਲਵਡ ਹੈ ਬਹੁਤ ਵੱਡੀ ਗਿਣਤੀ 'ਚ। ਫਿਰ ਉੱਥੇ ਅਜ਼ਾਰ ਆਲਮ, ਜਿਸ ਨੇ ਆਲਮ ਸੈਨਾ ਬਣਾਈ ਸੀ, SSP ਅੰਮ੍ਰਿਤਸਰ ਸੀਗਾ, ਅਤੇ ਉਸ ਨੂੰ ਅਕਾਲੀ ਦਲ ਵਿੱਚ ਜਿਹੜੀ ਮੁੱਢਲੀ ਮੈਂਬਰਸ਼ਿਪ ਦਿੱਤੀ ਗਈ ਅਤੇ ਉਸ ਦੀ ਬੀਵੀ ਨੂੰ ਫਿਰ ਮਲੇਰਕੋਟਲੇ ਤੋਂ ਟਿਕਟ ਦਿੱਤੀ ਅਕਾਲੀ ਦਲ ਨੇ ਅਤੇ ਫਿਰ ਉਸ ਨੂੰ ਚੀਫ ਪਾਰਲੀਮੈਂਟ ਸੈਕਟਰੀ ਦੀ ਪਦਵੀ ਵੀ ਦੇਤੀ, ਝੰਡੀ ਵੀ ਲਾਤੀ ਉਹਦੀ ਕਾਰ ਅੱਗੇ, ਤੇ ਕਾਰ ਵੀ ਦੇਤੀ ਤੇ ਮਿਨਿਸਟਰ ਆਫ ਸਟੇਟ ਦਾ ਰੁਤਬਾ ਵੀ ਦੇਤਾ। ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਸੀ ਉਹਨਾਂ ਨੂੰ ਇਹਨਾਂ ਨੇ ਸਨਮਾਨਿਤ ਕਰ ਦਿੱਤਾ। ਸਵਾਲ ਅੰਦਰ ਇਹ ਵੀ ਉੱਠ ਖੜਿਆ ਕਿ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਮਾਫੀ ਦਾ ਛੜਯੰਤਰ ਜਲਾਇਆ, ਉਸ ਵਿੱਚ ਜਿਹੜਾ ਹੱਥ ਸੀਗਾ ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਦਾ ਸੀਗਾ, ਔਰ ਤਤਕਾਲੀ ਜੋ ਜਥੇਦਾਰ ਸੀ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ, ਉਹਨਾਂ ਨੂੰ ਅਤੇ ਹੋਰ ਜਿਹੜੇ ਸੀਗੇ ਉਹਨਾਂ ਨੂੰ ਕੋਠੀ ਬੁਲਾ ਕੇ ਫਿਰ ਉਹਨਾਂ ਨੂੰ ਦਬਾਅ ਪਾ ਕੇ ਉਹਨਾਂ ਨੂੰ ਮਾਫੀ ਦਵਾਈ ਗਈ। ਫਿਰ ਜਿਸ ਵੇਲੇ ਸਿੱਖ ਕੌਮ ਦਾ ਰੋਹ ਦੇਖਿਆ, ਗੁੱਸਾ ਦੇਖਿਆ, ਲੋਕ ਸੜਕਾਂ 'ਤੇ ਆ ਗਏ, ਤਾਂ ਫਿਰ ਉਹ ਮਾਫੀ ਤੀਸਰਾ ਹੁਕਮਨਾਮਾ ਇਸ਼ੂ ਕਰਕੇ ਵਾਪਸ ਕੀਤੀ। ਉਹ ਇਸ ਨੂੰ ਵੀ ਸੰਗੀਨ ਗੁਨਾਹ, ਜਿੱਦੀ ਕਿ ਸਿਆਸੀ ਫੈਸਲਾ ਸੀ ਤੇ ਸਿਆਸੀ ਸਜ਼ਾ, ਕਿਉਂਕਿ ਵੋਟਾਂ ਲਈ ਕੀਤੀ ਗਈ ਸੀ। ਜਿਹੜਾ ਗੁਰਮੀਤ ਰਾਮ ਰਹੀਮ ਨਾਲ ਰਾਜੀਨਾਮਾ ਕੀਤਾ ਜਾ ਰਿਹਾ ਸੀ ਉਹ ਵੋਟਾਂ ਲਈ ਕੀਤਾ ਜਾ ਰਿਹਾ ਸੀ। ਉਹਦੇ ਪ੍ਰੇਮੀਆਂ ਦੀ ਵੋਟਾਂ 'ਤੇ ਅੱਖ ਸੀਗੀ, ਸੁਖਬੀਰ ਬਾਦਲ ਦੀ, ਡਾਕਟਰ ਦਲਜੀਤ ਚੀਮੇ ਦੀ, ਅਤੇ ਉਹਨਾਂ ਦਾ ਜੋ ਸਹਿਯੋਗੀ ਹੈ ਹਰਚਰਨ ਬੈਂਸ, ਮੀਡੀਆ ਐਡਵਾਈਜ਼ਰ ਪ੍ਰਕਾਸ਼ ਸਿੰਘ ਬਾਦਲ ਦਾ, ਤੋਂ ਬਾਦਲ ਪਰਿਵਾਰ 'ਚੋਂ ਚੱਲਿਆ ਆ ਰਿਹਾ ਲੰਬੇ ਸਮੇਂ ਤੋਂ। ਸੋ ਇਹ ਕੁਝ ਗੱਲਾਂ ਸੀਗੀਆਂ। ਫਿਰ ਜਦੋਂ ਇਹ ਸਭ ਕੁਝ ਹੋ ਗਿਆ ਤਾਂ ਜਿਹੜੀ ਧਮਕੀ ਦਿੱਤੀ ਸਿੰਘ ਸਾਹਿਬਾਨਾਂ ਨੂੰ ਵਿਰਸਾ ਸਿੰਘ ਵਲਟੋਇਆ ਨੇ, ਉਹਨਾਂ ਦੇ ਘਰ ਗਿਆ ਅਤੇ ਕਿਹਾ ਮੈਂ ਜੇ ਕੋਈ ਹੋਰ ਕੁਝ ਕਰੇ ਨਾ ਕਰੇ ਮੈਂ ਖੰਡਾ ਖੜਕਾ ਦੂੰ ਜੇ ਤੁਸੀਂ ਸੁਖਬੀਰ ਬਾਦਲ ਨੂੰ ਸਜ਼ਾ ਦਿਓਗੇ ਸਿਆਸੀ। ਤੋ ਕੋਈ ਕਾਰਵਾਈ ਕਰਨ ਦੀ ਉਹਨਾਂ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਲਟ ਕੇ ਇਹ ਕਿਹਾ ਕਿ ਉਹ ਮੇਰਾ ਛੋਟਾ ਭਰਾ। ਸੋ ਉੱਥੇ ਜਿਹੜਾ ਹੋਰ ਡਿਸਕਸ ਹੋਇਆ, ਇਹ ਜਿਹੜੇ ਮੈਂ ਉੱਪਰ ਦੱਸ ਸਕਾਂ ਕਿ 2 ਸਿੰਘ ਸ਼ਹੀਦ ਹੋ ਗਏ, ਤੋ ਸ਼ਹੀਦਾਂ ਉੱਤੇ ਜਿਹੜੀ ਗੋਲੀ ਚਲਾਈ ਗਈ ਬਰਗਾੜੀ 'ਚ, ਉਸ ਦਾ ਵੀ ਜ਼ਿਕਰ ਕੀਤਾ। ਉਸ ਦਾ ਗੁਨਾਹਗਾਰ ਹੋਮ ਮਿਨਿਸਟਰ ਸੀ ਸੁਖਬੀਰ ਬਾਦਲ ਤੇ ਡਿਪਟੀ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਦੀ ਮਿਨਿਸਟਰੀ। ਪ੍ਰਕਾਸ਼ ਸਿੰਘ ਬਾਦਲ ਤੋਂ ਤਤਕਾਲੀ ਮੁੱਖ ਮੰਤਰੀ ਸੋ ਹੁਣ ਇਸ ਦੁਨੀਆ 'ਚ ਨਹੀਂ ਹੈਗੇ, ਪਰ ਸੁਖਬੀਰ ਬਾਦਲ ਨੂੰ ਤਾਂ ਇਸ ਦੀ ਵੀ ਸਜ਼ਾ ਭੁਗਤਣੀ ਪਏਗੀ। ਔਰ 2007 ਵਿੱਚ ਜੋ ਸਲਾਮਤਪੁਰਾ ਵਿੱਚ ਸਵਾਂਗ ਰਚਾਇਆ ਗਿਆ, ਉਸ ਦਾ ਕੇਸ ਜੋ ਖਾਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਉਹ ਵੀ ਅੰਦਰ ਚਰਚਾ ਦਾ ਵਿਸ਼ਾ ਬਣਿਆ।
ਮਤਲਬ ਵਿਦਵਾਨ ਇਸ ਤਰ੍ਹਾਂ ਤਿਆਰ ਹੋ ਕੇ ਆਏ ਸੀ, ਉਹ ਅਕੈਡਮੀਸ਼ੀਅਨ ਸੀ, ਪੜ੍ਹ ਲਿਖ ਕੇ ਉਹਨਾਂ ਨੇ ਬੜੇ ਨਿਮਰ ਤੇ ਸਹਿਜ ਤਰੀਕੇ ਨਾਲ ਇਹ ਸਾਰਾ ਕੁਝ ਜਥੇਦਾਰ ਸਾਹਿਬ ਦੇ ਵਿਚਾਰ ਵਟਾਂਦਰੇ ਲਈ ਉਹਨਾਂ ਨੂੰ ਪੇਸ਼ ਕੀਤਾ, ਬੜੀ ਸਾਦਾ ਸ਼ਬਦਾਂ 'ਚ, ਸਾਦਾ ਪੰਜਾਬੀ। ਔਰ ਇਹ ਮੀਟਿੰਗ ਕੋਈ 2 ਘੰਟੇ ਚੱਲੀ। ਔਰ ਮੈਂ ਇਹ ਦੱਸਦਾ ਕਿ ਜੋ ਰੋਲ ਹੈ ਹਰਜਿੰਦਰ ਸਿੰਘ ਧਾਮੀ ਦਾ, ਇਹਨਾਂ ਦੇ ਹੁੰਦਿਆਂ ਹੀ ਜਿਹੜੀ ਇਹਨਾਂ ਦੀ ਪਿਛਲੀਆਂ ਟਰਮਾਂ ਸੀਗੀਆਂ ਪ੍ਰਧਾਨਗੀ ਦੀਆਂ, ਐਗਜ਼ੈਕਟਿਵ ਕਮੇਟੀ ਦੇ 10 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਨੇ ਇਹ ਫੈਸਲਾ ਕੀਤਾ ਕਿ ਅਕਾਲ ਤਖਤ ਨੂੰ ਸਿਆਸੀ ਫੈਸਲੇ ਲੈਣ ਦਾ ਅਧਿਕਾਰ ਨਹੀਂ, ਇਹ ਬੰਦ ਕਰਨੇ ਚਾਹੀਦੇ। ਪਰ ਇਹ ਹੁਣ ਕਬੂਲ ਕੌਣ ਕਰੇ? ਤਾਂ ਧਾਮੀ ਸਾਹਿਬ ਦੀਆਂ ਟੰਗਾਂ ਕੰਮਣ ਲੱਗ ਗਈਆਂ। ਹੁਣ ਤਾਂ ਪੰਥ ਨਾਲ ਸਿੱਧੀ ਟੱਕਰ ਲੈਣ ਵਾਲੀ ਗੱਲ ਸੀ। ਤਾਂ ਨਾ ਤਾਂ ਉਹ ਰੈਜ਼ੋਲੂਸ਼ਨ ਉਹਨਾਂ ਨੇ ਉੱਥੋਂ ਰਿਜੈਕਟ ਕਰਾਇਆ, ਦੁਬਾਰਾ ਐਗਜ਼ੈਕਟਿਵ 'ਚ ਲਿਆ ਕੇ ਵਿਡਰਾ ਕਰਾਇਆ, ਉਹ ਉੱਦਾਂ ਦਾ ਉੱਦਾਂ ਇਤਿਹਾਸ 'ਚ ਖੜ੍ਹਾ ਹੈ। ਹੁਣ ਉਸ ਤੋਂ ਇਲਾਵਾ ਮੈਂ ਇਹ ਦੱਸਦਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਜਸਬੀਰ ਸਿੰਘ ਆਹਲੂਵਾਲੀਆ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਲਾਇਆ ਗਿਆ, ਇਹ PCS ਤੋਂ ਬਣੇ IS ਅਫਸਰ ਸਨ, ਔਰ ਤਰਲੋਚਨ ਸਿੰਘ ਦਿੱਲੀ ਵਾਲੇ ਅਤੇ ਹਰਚਰਨ ਬੈਂਸ ਕਲੀਨ ਸ਼ੇਵਡ ਜੱਟ ਸਿੱਖ, ਇਹ 3 ਮੈਂਬਰਾਂ ਦੀ ਕਮੇਟੀ ਸੀ। ਇਸ ਕਮੇਟੀ ਨੇ ਵੀ ਸਿਫਾਰਿਸ਼ ਕੀਤੀ ਕਿ ਅਕਾਲੀ ਦਲ ਨੂੰ ਸਿਆਸੀ ਕੰਮਾਂ ਵਿੱਚ ਲੀਡਰਸ਼ਿਪ ਰਹਿਣ ਦੇਣੀ ਚਾਹੀਦੀ ਹੈ, ਅਕਾਲ ਤਖਤ ਸਾਹਿਬ ਨੂੰ ਧਾਰਮਿਕ ਕੰਮ ਕਰਨੇ ਚਾਹੀਦੇ, ਕਿਉਂਕਿ ਸਿਆਸੀ ਕੰਮਾਂ ਲਈ ਤਾਂ ਬਾਦਲ ਅਕਾਲੀ ਦਲ ਹੈ ਹੀ, ਸੋ ਸਿਆਸੀ ਜ਼ਿੰਮੇਵਾਰੀਆਂ ਉਹਦੀਆਂ ਹਨ। ਉਹ ਜੋ ਧਾਰਮਿਕ ਕੰਮਾਂ ਦੀਆਂ, ਸਪਿਰਚੁਅਲ ਦੀਆਂ, ਪੀਰੀ ਦੀਆਂ, ਅਕਾਲ ਤਖਤ ਸਾਹਿਬ ਨੂੰ ਆਪਣੇ ਆਪ ਨੂੰ ਉੱਥੋਂ ਤੱਕ ਹੀ ਸੀਮਤ ਰੱਖਣਾ ਚਾਹੀਦਾ। ਸੋ ਇਹ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਇਸ ਲਈ ਕਿ ਜਿਹੜਾ ਬਾਦਲ ਅਕਾਲੀ ਦਲ ਹੈ, ਇਹ ਅਕਾਲ ਤਖਤ ਦੀ ਵਿਚਾਰਧਾਰਾ ਤੋਂ ਮਨੁੱਕਰਨ ਦੇ ਰਸਤੇ 'ਤੇ ਅੱਗੇ ਵਧ ਰਿਹਾ। ਇਹ ਬੜੀ ਖਤਰਨਾਕ ਡਿਵੈਲਪਮੈਂਟ ਹੈ। ਇਹ ਸਿੱਖ ਪੰਥ ਨੂੰ ਸਮਝਣੀ ਚਾਹੀਦੀ ਹੈ ਕਿ ਬਈ ਜਿਹੜਾ ਅਕਾਲੀ ਦਲ ਬਣਿਆ ਹੀ ਅਕਾਲ ਤਖਤ ਦੀ ਨਿਗਰਾਨੀ 'ਚ, ਨਿਰਦੇਸ਼ਨ 'ਚ ਹੈ, ਉਸ ਅਕਾਲੀ ਦਲ ਨੂੰ ਹੁਣ ਇਹ ਕਹਿਣ ਦਾ ਕਿੱਥੋਂ ਹੁਕਮ ਆ ਗਿਆ ਕਿ ਭਾਈ ਅਕਾਲ ਤਖਤ ਸਾਹਿਬ ਜੀ, ਤੁਸੀਂ ਸਿਆਸੀ ਕੰਮਾਂ 'ਚ ਦਖਲ ਦੇਣਾ ਬੰਦ ਕਰ ਦਿਓ। ਇਹ ਬੜੀ ਦੇਰ ਦੀ ਇੱਕ ਬਹਿਸ ਚੱਲ ਰਹੀ ਹੈ ਬਾਦਲ ਅਕਾਲੀ ਦਲ 'ਚ, ਤਾਂ ਇਹ ਬੜੀ ਖਤਰਨਾਕ ਹੈ। ਬਾਦਲ ਅਕਾਲੀ ਦਲ ਨੇ ਆਪਣੀ ਪਾਰਟੀ ਦਾ ਨਾਂ ਤਾਂ ਅਕਾਲੀ ਦਲ ਹੀ ਰੱਖਿਆ, ਪਰ ਉਹਨਾਂ ਨੇ ਇਸ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਇਹ ਆਪਣੇ ਮੂਲ ਅਸੂਲਾਂ ਤੋਂ, ਜਿਹੜੇ ਅਕਾਲੀ ਦਲ ਤੋਂ ਉਤੋਂ ਥਿੜਕ ਗਈ ਔਰ ਛੱਡ ਦਿੱਤਾ ਇਹਨਾਂ ਨੇ। ਔਰ ਇਹਨਾਂ ਨੇ ਹੁਣ ਜੋ ਨਵਾਂ ਅਡੰਬਰ ਰਚਾਇਆ ਰਾਮ ਰਹੀਮ ਨਾਲ, ਉਹ ਵੀ ਤੁਹਾਡੇ ਸਾਹਮਣੇ ਹੈ। ਜੇ ਪੰਜਾਬੀਆਂ ਦੀ ਪਾਰਟੀ ਹੈ ਤਾਂ ਇਸ ਦਾ ਕੰਟਰੋਲ SGPC 'ਤੇ ਨਹੀਂ ਹੋਣਾ ਚਾਹੀਦਾ। ਬਾਦਲ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਸਾਰੇ ਸਿਆਸੀ ਕੰਮਾਂ ਲਈ ਵਰਤ ਰਿਹਾ। ਉਹਨਾਂ ਦਾ ਜੋ ਧਨ ਹੈ, ਜਿਹੜੀ ਗੋਲਕਾਂ ਦੀ ਮਾਇਆ, ਉਸ ਦਾ ਵੀ ਵਰਤੋਂ ਬਾਦਲ ਅਕਾਲੀ ਦਲ ਆਪਣੀਆਂ ਸਿਆਸੀ ਐਕਟੀਵਿਟੀਆਂ 'ਚ ਕਰਦਾ। ਜਿਹੜੇ ਮੇਲਿਆਂ 'ਚ ਅਤੇ ਵੱਡੇ ਦਿਨਾਂ 'ਤੇ ਜਿਹੜੇ ਟੈਂਟ ਲੱਗਦੇ ਨੇ ਔਰ 1-1 ਕਰੋੜ ਦੇ ਬਣਦੇ ਸ਼ਮਿਆਨੇ ਲੱਗਦੇ ਨੇ, ਉਹ ਸਾਰਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਸੋ ਜਿਹੜੇ ਅੰਦਰ ਵਿਦਵਾਨ ਸੀ, ਉਹਨਾਂ ਨੇ ਕਾਫੀ ਅੱਛੀਆਂ ਦਿੱਤੀਆਂ ਸਲਾਹਾਂ। ਤੋ
ਉੱਥੇ ਜੋ ਅੰਦਰ ਹੋਇਆ ਉਹ ਇਹ ਹੋਇਆ ਕਿ ਐਤਕੀ ਵੀਡੀਓ ਨਹੀਂ ਬਣਾਈ ਗਈ, ਬਲਕਿ ਉੱਥੇ ਦੋ ਸਟੈਨੋ ਟਾਈਪ ਅਸੀਂ ਕਹੀਏ ਰਿਪੋਰਟਰ ਅੰਦਰ ਸੀ, ਜੋ ਕੋਈ ਸੁਝਾਅ ਦਿੰਦਾ ਸੀ ਉਹਨਾਂ ਦੀ ਉਹ ਲਿਖਤੀ ਰਿਕਾਰਡਿੰਗ ਕਰਦੇ ਸੀ। ਉਹ ਸਾਰੀ ਲਿਖਤੀ ਰਿਕਾਰਡਿੰਗ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤੀ ਜਾਏਗੀ, ਉਹ ਪੜ੍ਹਨਗੇ ਅਤੇ ਜਿਹੜੇ ਵਿਦਵਾਨ ਸਾਹਿਬਾਨ ਆਪਣੀਆਂ ਲਿਖਤੀ ਕੁਝ ਸੁਝਾਅ ਵੀ ਲੈ ਕੇ ਆਏ ਸੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਉਹ ਵੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਜਦੋਂ ਉਹਨਾਂ ਨੇ ਸਾਰਾ ਕੁਝ ਬੋਲ ਕੇ ਆਪਣੇ ਭਾਸ਼ਣ ਰਾਹੀਂ ਦੱਸਿਆ, ਸਮਝਾਇਆ, ਦਲੀਲਾਂ ਦਿੱਤੀਆਂ, ਦਲੀਲ ਪੂਰਵਕ ਨਿਮਰ ਢੰਗ ਨਾਲ ਗੱਲ ਕੀਤੀ, ਬਾਅਦ ਵਿੱਚ ਉਹ ਲਿਖਤੀ ਚੀਜ਼ਾਂ ਵੀ ਸਾਰੀਆਂ ਉਹਨਾਂ ਨੂੰ ਦੇ ਦਿੱਤੀਆਂ। ਇਹ ਚਰਚਾ ਹੋਰ ਲੰਬੀ ਨਾ ਹੋਏ, ਮੈਂ ਇਹਨੂੰ ਇੱਥੇ ਸਮਾਪਤ ਕਰਦਾ। ਹਲੇ ਇਸ ਦੇ ਕੁਝ ਬੜੇ ਮਹੱਤਵਪੂਰਨ ਹਿੱਸੇ ਰਹਿ ਗਏ, ਉਹ ਫਿਰ ਮੈਂ ਇੱਕ ਹੋਰ ਵੀਡੀਓ ਬਣਾਵਾਂਗਾ ਅਤੇ ਉਹਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਅੱਜ ਦੀ ਵੀਡੀਓ ਦਾ ਫੋਕਸ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਕਾਲ ਤਖਤ ਸਾਹਿਬ ਅਤੇ ਅਕਾਲੀ ਦਲ ਵਿੱਚ ਅਤੇ ਮੀਰੀ ਅਤੇ ਪੀਰੀ ਵਿੱਚ ਦੋ ਤਰੇੜਾਂ ਪਾਉਣ ਦਾ ਜਿਹੜਾ ਉਹਨਾਂ ਦੀ ਸਾਜ਼ਿਸ਼ ਹੈ, ਔਰ ਉਹਨਾਂ ਦਾ ਜਿਹੜਾ ਬਾਦਲ ਅਕਾਲੀ ਦਲ ਨਾਲ ਖੜਨਾ ਅਤੇ ਸੁਖਬੀਰ ਦੇ ਇੱਕ ਵਿਅਕਤੀ ਦੇ ਸਮਰਥਨ ਵਿੱਚ SGPC ਦੇ ਪ੍ਰਧਾਨ ਦਾ ਖੜਨਾ, ਇਹ ਬੜੀਆਂ ਚਿੰਤਾ ਦੇ ਇਸ਼ੂ ਹਨ। ਇਹਨਾਂ ਉੱਪਰ ਸਿੱਖ ਕੌਮ ਨੂੰ ਵੀ ਸੋਚਣਾ ਚਾਹੀਦਾ। ਜਲਦੀ ਵੋਟਾਂ ਪੈਣ ਵਾਲੀਆਂ ਹਨ, ਉਹਨਾਂ ਵਿੱਚ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਚਰਚਾ ਨੂੰ ਸਮਾਪਤ ਕਰਦੇ ਹਾਂ। ਉਮੀਦ ਕਰਦਾ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਜਲਦੀ ਇੱਕ ਹੋਰ ਮੁੱਦੇ 'ਤੇ ਨਵੀਂ ਚਰਚਾ ਲੈ ਕੇ ਆਵਾਂਗੇ। ਧੰਨਵਾਦ। ਸਤਿ ਸ੍ਰੀ ਅਕਾਲ।